Shri Nanak Pad Pankaj Bandhan Pad Pankaj Bandhan Simran Gad Dokh Nikandana Amar Das Gur Hriday Piyavo Hriday Piyavo Ramdas Gun Gavo Shri Arjuna Vignan Ke Nashak Vignan Ke Nashak Har Gobind Subh Sumat Prakashak Shri Har Rai Namo Kar Jori Namo Kar Jori Gaur Har Krishna Manai Vibhori Teg Bahadur Param Kirpala Param Kirpala Shri Guru Gobind Singh Visala Karo Tara Par Pun Sisa Pun Sisa Bando Var Var Jagdisa जिसमें अमृत ज्ञान है मानक भगत विराग गुरु ग्रंथ साहिब ओधत बंदा कर अनुराग श्री गुर शब्द कमाए जिन्ना जीते पंच विकार तिन संतन का वंदना सिर चरणन पर तार एकंकारा सतगुरु तेरे प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए भगत पावन भगत वशल कृपा निधान रहता दे सागर मेरी पीरी दे मालक साहिब श्री गुरु हरगोबिंद साहिब जियां दे पावन और पवित्र स्थान के ऊपर साहिब श्री गुरु ग्रंथ साहिब जियां दे चरण परस रहे गुरु रूप गुरु खालसा साध संगत जी सतगुਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਲੜੀਵਾਰ ਗੁਰਪਤੇ ਆਸਤੀਆਂ ਕਥਾ ਵਿਚਾਰਾਂ ਚੱਲ ਰਹੀਆਂ ਨੇ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈਏ ਆਗਿਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਭਾਈ ਬਾਲਾ ਹੈ ਨਾਲ ਭਾਈ ਮਰਦਾਨਾ ਜੀ ਨੂੰ ਲੈ ਕਰਕੇ ਇੱਕ ਐਸੇ ਦੇਸ਼ ਅੰਦਰ ਨਗਰ ਅੰਦਰ ਪਹੁੰਚੇ ਨੇ ਜਿੱਥੇ ਜੰਤਰਾਂ ਮੰਤਰਾਂ ਤੰਤਰਾਂ ਦਾ ਵਧੇਰੇ ਜ਼ੋਰ ਹੈ ਅਤੇ ਉੱਥੋਂ ਦੀ ਜੋ ਮੁਖੀਆ ਇੱਕ ਔਰਤ ਹੈ ਭਾਈ ਮਰਦਾਨਾ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਬੇਨਤੀਆਂ ਕਰਕੇ ਦੱਸ ਰਹੇ ਨੇ ਮਹਾਰਾਜ ਜਲਦੀ ਬਹੁਤੀ ਪਿਆਸ ਲੱਗੀ ਹੈ ਜ਼ੁਬਾਨ ਸੁੱਕ ਰਹੀ ਹੈ ਆਪ ਜੀ ਜੇਕਰ ਕਿਰਪਾ ਕਰੋ ਆਪ ਜੀ ਇਸੇ ਤਰ੍ਹਾਂ ਚੱਲਦੇ ਰਹੋ ਮੈਨੂੰ ਆਗਿਆ ਦੇਵੋ ਕਿ ਮੈਂ ਜਲਦੀ ਜਲ ਛਕ ਕੇ
ਆਪ ਜੀਆਂ ਦੇ ਨਾਲ ਰਲ ਜਾਵਾਂਗਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਆਗਿਆ ਪਾ ਕਰਕੇ ਭਾਈ ਮਰਦਾਨਾ ਜੀ ਉਸ ਨਗਰ ਅੰਦਰ ਜਾਂਦੇ ਨੇ। ਨਗਰ ਦੇ ਵਿਚਕਾਰ ਜਾ ਕਰਕੇ ਇੱਕ ਖੁੱਲ੍ਹਾ ਦਰਵਾਜ਼ਾ ਵੇਖਦੇ ਨੇ ਤੇ ਉਸ ਦਰਵਾਜ਼ੇ ਵਿੱਚ ਖੜ ਕੇ ਜਲ ਦੀ ਮੰਗ ਕਰਦੇ ਨੇ, ਪਾਣੀ ਛਕਣ ਦੀ ਮੰਗ ਕਰਦੇ ਨੇ। ਘਰ ਦੇ ਅੰਦਰ ਬੈਠੀ ਹੋਈ ਇੱਕ ਔਰਤ ਨੇ ਭਾਈ ਮਰਦਾਨੇ ਨੂੰ ਅੰਦਰ ਬੁਲਾਇਆ ਹੈ। ਮੰਜੀ ਉੱਪਰ ਬਿਠਾ ਕਰਕੇ ਭਾਈ ਮਰਦਾਨੇ ਨੂੰ ਜਲ ਛਕਾਉਣ ਦੇ ਬਹਾਨੇ ਯੰਤਰਾਂ ਮੰਤਰਾਂ ਤੰਤਰਾਂ ਦੇ ਨਾਲ ਤਿਆਰ ਕੀਤਾ ਹੋਇਆ ਇੱਕ ਧਾਗਾ ਭਾਈ ਮਰਦਾਨੇ ਦੇ ਗਲ ਵਿੱਚ ਬੰਨ੍ਹ ਦਿੱਤਾ ਹੈ, ਜਿਸ ਦੇ ਨਾਲ ਭਾਈ ਮਰਦਾਨਾ ਜੀ ਆਪਣੇ ਬੋਲਣ ਦੀ ਜੋ ਸ਼ਕਤੀ ਹੈ ਉਹ ਗਵਾ ਚੁੱਕੇ ਨੇ। ਆਪਣਾ ਸੁੰਦਰ ਰੂਪ ਭਾਈ ਮਰਦਾਨੇ ਨੂੰ ਰੂਪ ਨਜ਼ਰ ਆ ਰਿਹਾ ਹੈ। ਦੂਸਰੇ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਗਰ ਵਿੱਚ ਵਿਰਾਜੇ ਨੇ। ਭਾਈ ਵਾਲੇ ਨੂੰ ਕਹਿੰਦੇ ਨੇ, ਭਾਈ ਵਾਲਾ ਜੀ ਸਾਡਾ ਜੋ ਪਿਆਰਾ ਸਿੱਖ ਭਾਈ ਮਰਦਾਨਾ ਹੈ ਉਸ ਨੂੰ ਗਿਆ ਇੱਕ ਪਹਿਰ ਬਤੀਤ ਹੋ ਗਿਆ ਹੈ। ਕੋਈ ਹੋਰ ਕੰਮ ਵੀ ਨਹੀਂ ਗਿਆ, ਸਿਰਫ ਜਲ ਛਕਣ ਵਾਸਤੇ ਗਿਆ ਸੀ। ਵਧੇਰੇ ਸਮਾਂ ਲਾ ਦਿੱਤਾ ਹੈ। ਕਿਤੇ ਉਸ ਦੇ ਨਾਲ ਪਹਿਲਾਂ ਵਾਲੀ ਘਟਨਾ ਨਾ ਘਟੀ ਹੋਵੇ। ਪਹਿਲਾਂ ਵਾਰ ਉਸ ਨੂੰ ਕਿਸੇ ਨੇ ਯੰਤਰਾਂ ਮੰਤਰਾਂ ਤੰਤਰਾਂ ਦੇ ਨਾਲ ਨਾ ਬੰਨ੍ਹ ਲਿਆ ਹੋਵੇ, ਕਿਉਂਕਿ ਜੋ ਇਹ ਨਗਰ ਹੈ ਇੱਥੋਂ ਦੇ ਲੋਕ ਧਰਮ ਤੋਂ ਹੀਣੇ ਨੇ। ਇਸ ਨਗਰ ਦੇ ਵਿੱਚ ਮਰਦਾਂ ਨਾਲੋਂ ਵੱਧ ਔਰਤਾਂ ਦੀ ਚੱਲਦੀ ਹੈ ਤੇ ਔਰਤਾਂ ਇੱਥੋਂ ਦੀਆਂ ਜਾਦੂਗਰਨੀਆਂ ਨੇ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਵਾਲੇ ਨੂੰ ਦੱਸ ਰਹੇ ਨੇ ਤੇ ਮਹਾਰਾਜ ਕਹਿੰਦੇ ਨੇ, ਭਾਈ ਮਰਦਾਨਾ ਜੀ ਜੋ ਸਾਡਾ ਸਾਥੀ ਹੈ ਉਹ ਭੋਲਾ ਹੈ ਪਰ ਸੁਭਾਅ ਦਾ ਚੰਗਾ ਹੈ। ਬੜੀ ਸੁੰਦਰ ਰਬਾਬ ਵਜਾ ਕਰਕੇ ਸਾਨੂੰ ਆਨੰਦ ਦਿੰਦਾ ਹੈ। ਅਸੀਂ ਆਪਣੇ ਐਸੇ ਸਿੱਖ ਨੂੰ ਦੁੱਖ ਦੇ ਵਿੱਚ ਨਹੀਂ ਛੱਡ ਸਕਦੇ, ਦੁੱਖ ਵਿੱਚ ਨਹੀਂ ਵੇਖ ਸਕਦੇ। ਚਲੋ ਆਪਾਂ ਚੱਲੀਏ, ਉਸ ਨੂੰ ਲੱਭ ਕੇ ਲਿਆਈਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਭਾਈ ਵਾਲਾ ਜੀ ਚੱਲੇ ਨੇ ਤੇ ਜਿਸ ਰਸਤੇ ਵਿੱਚ ਜਾ ਰਹੇ ਨੇ ਉਸੇ ਹੀ ਰਸਤੇ ਦੇ ਵਿੱਚ ਉਹ ਔਰਤ ਆ ਰਹੀ ਹੈ। ਪਾਣੀ ਦਾ ਘੜਾ ਉਸਦੇ ਸਿਰ ਉੱਪਰ ਚੱਕਿਆ ਹੈ, ਜਿਸ ਨੇ ਆਪਣੇ ਘਰ ਦੇ ਅੰਦਰ ਭਾਈ ਮਰਦਾਨੇ ਨੂੰ ਕੈਦ ਕੀਤਾ ਹੈ, ਬੰਧਨਾਂ ਦੇ ਵਿੱਚ ਬੰਨ੍ਹ ਲਿਆ ਹੈ। ਆਉਂਦੀ ਔਰਤ ਨੂੰ ਵੇਖ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪੁੱਛਣ ਲੱਗੇ ਨੇ ਕਿ ਇਹ ਭਾਈ ਸਾਡੇ ਨਾਲ ਦਾ ਸਾਥੀ ਇਸ ਨਗਰ ਦੇ ਵਿੱਚ ਜਲ ਛਕਣ ਵਾਸਤੇ ਆਇਆ ਸੀ। ਬਹੁਤਾ ਸਮਾਂ ਬਤੀਤ ਹੋ ਚੁੱਕਾ ਹੈ, ਵਾਪਸ ਨਹੀਂ ਮੁੜਿਆ। ਤੁਸੀਂ ਕਿਤੇ ਇਸ ਨਗਰ ਵਿੱਚ ਉਸ ਨੂੰ ਵੇਖਿਆ ਹੈ? ਕਹਿਣ ਲੱਗੀ, ਜੀ ਮੈਂ ਤਾਂ ਆਪਣੀਆਂ ਅੱਖਾਂ ਦੇ ਨਾਲ ਇੱਥੇ ਕਿਸੇ ਨੂੰ ਆਉਂਦੇ ਜਾਂਦੇ ਨਹੀਂ ਵੇਖਿਆ। ਨਾਲੇ ਨਗਰ ਬਹੁਤਾ ਵੱਡਾ ਹੈ, ਆਪ ਜੀ ਕਿਤੋਂ ਹੋਰ ਜਾ ਕੇ ਪੁੱਛਣਾ ਕਰੋ, ਸ਼ਾਇਦ ਅੱਗੇ ਵੱਧ ਗਿਆ ਹੋਵੇ। ਇੰਨੇ ਸਮੇਂ ਨੂੰ ਭਾਈ ਮਰਦਾਨੇ ਨੂੰ ਜਦੋਂ ਸਤਿਗੁਰਾਂ ਦੀ ਆਵਾਜ਼ ਸੁਣੀਆਂ ਗੱਲਾਂ ਕਰਦਿਆਂ ਭਾਈ ਮਰਦਾਨੇ ਨੇ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਨੇ। ਮੁਖ ਤੋਂ ਆਵਾਜ਼ ਤਾਂ ਕੋਈ ਨਿਕਲ ਨਹੀਂ ਰਹੀ। ਇੱਕ ਪਸ਼ੂ ਦੇ ਵਾਂਗ ਭੈ ਭੈ ਦੀ ਆਵਾਜ਼ ਕਰਕੇ ਭਾਈ ਮਰਦਾਨਾ ਪੁਕਾਰਾ ਕਰਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਕੰਨੀ ਜਦੋਂ ਭਾਈ ਮਰਦਾਨੇ ਦੀ ਆਵਾਜ਼ ਪਈ ਅਤੇ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਸਾਨੂੰ ਕਿਉਂ ਝੂਠ ਬੋਲ ਰਹੇ ਹੋ, ਕਿਉਂ ਕੂੜ ਬੋਲ ਰਹੇ ਹੋ? ਸਾਡਾ ਜੋ ਸਾਥੀ ਹੈ ਉਹ ਇੱਥੇ ਹੀ ਨਜ਼ਦੀਕ ਸਾਡੇ ਕਿਤੇ ਬੰਨਿਆ ਲੱਗਦਾ ਹੈ। ਕਹਿਣ ਲੱਗੇ, ਜੀ ਤੁਹਾਨੂੰ ਮੇਰੀਆਂ ਗੱਲਾਂ ਤੇ ਯਕੀਨ ਕਿਉਂ ਨਹੀਂ ਆਉਂਦਾ? ਜੇਕਰ ਨਹੀਂ ਭਰੋਸਾ ਤੇ ਕਿਸੇ ਵੀ ਘਰ ਦੇ ਅੰਦਰ ਵੜ ਕੇ ਦੇਖ ਲਵੋ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਭਾਈ ਮਰਦਾਨਾ ਬੰਨਿਆ ਹੋਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਵੇਖ ਕਰਕੇ ਆਵਾਜ਼ਾਂ ਮਾਰਨ ਲੱਗਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਆਵਾਜ਼ਾਂ ਨਾ ਮਾਰ, ਆਪਣੇ ਇਸ ਮੁਖ ਦੇ ਉੱਪਰੋਂ ਵਾਹਿਗੁਰੂ ਦਾ ਜਾਪ ਕਰ। ਜਦੋਂ ਭਾਈ ਮਰਦਾਨੇ ਨੇ ਆਪਣੇ ਮੁਖ ਤੋਂ ਸ਼੍ਰੀ ਵਾਹਿਗੁਰੂ ਦਾ ਜਾਪ ਕੀਤਾ ਹੈ, ਜਿਹੜੇ ਜਾਦੂ ਭਾਈ ਮਰਦਾਨੇ ਦੇ ਉੱਪਰ ਚੱਲੇ ਹੋਏ ਸਨ ਸਾਰੇ ਹੀ ਦੂਰ ਹੋ ਚੁੱਕੇ ਨੇ। ਜੋ ਗਲ ਦੇ ਵਿੱਚ ਪਈ ਰੱਸੀ ਟੁੱਟ ਕੇ ਥੱਲੇ ਡਿੱਗੀ ਹੈ। ਦੌੜ ਕਰਕੇ ਭਾਈ ਮਰਦਾਨਾ ਜੀ ਆਏ ਨੇ, ਆ ਕਰਕੇ
ਆਪ ਵੀ ਭਾਈ ਮਰਦਾਨਾ ਜੀ ਸ਼ਰਮਸਾਰ ਹੋਏ ਨੇ ਕਿ ਗੁਰਾਂ ਦੀ ਕਹਿਣੀ ਨਹੀਂ ਮੰਨਦਾ, ਉਲੰਘਣਾ ਕਰਦਾ ਹਾਂ, ਫਿਰ ਦੁੱਖ ਭੋਗਦਾ ਹਾਂ। ਤੇ ਸਾਹਮਣੇ ਖੜੀ ਇਸਤਰੀ ਵੀ ਬਹੁਤ ਹੀ ਸ਼ਰਮਸਾਰ ਹੋਈ ਹੈ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਕਲਾ ਵਰਤਾਈ ਹੈ, ਜੋ ਔਰਤ ਦੇ ਸਿਰ ਦੇ ਉੱਪਰ ਜਲ ਦਾ ਘੜਾ ਚੱਕਿਆ ਹੈ। ਔਰਤ ਲਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹਦੇ ਸਿਰ ਤੋਂ ਲੈਂਦਾ ਨਹੀਂ। ਏਦਾਂ ਜਾਣੋ ਕਿ ਸਿਰ ਦੇ ਨਾਲ ਹੀ ਜੁੜ ਗਿਆ ਹੋਵੇ। ਇਸੇ ਤਰ੍ਹਾਂ ਲੋਕ ਵੇਖ ਵੇਖ ਕੇ ਹੈਰਾਨ ਹੋਏ ਨੇ ਕਿ ਘੜਾ ਉਤਾਰਦੀ ਹੈ, ਉਤਰਦਾ ਨਹੀਂ। ਉਤਰਨ ਦੀ ਬਜਾਏ ਭਾਰ ਵੱਧਦਾ ਜਾਂਦਾ, ਬਹੁਤਾ ਦੁੱਖ ਪਾਉਂਦੀ ਹੈ, ਵਿਰਕ ਲਾਉਂਦੀ ਹੈ। ਇਸੇ ਤਰ੍ਹਾਂ ਨਗਰ ਦੇ ਲੋਕਾਂ ਨੇ ਜਾ ਕਰਕੇ ਉਸ ਨਗਰ ਦੀ ਜੋ ਮੁਖੀਆ ਔਰਤ ਹੈ ਉਸ ਨੂੰ ਦੱਸਣਾ ਕੀਤਾ ਹੈ ਕਿ ਨਗਰ ਦੇ ਵਿੱਚ ਕੋਈ ਫਕੀਰ ਆਇਆ ਹੈ, ਬੜਾ ਕਰਾਮਾਤੀ ਹੈ, ਬੜਾ ਸ਼ਕਤੀਮਾਨ ਹੈ। ਐਸੀ ਕਰਾਮਾਤ ਕੀਤੀ ਹੈ ਕਿ ਸਾਡੇ ਨਾਲ ਦੀ ਜੋ ਔਰਤ ਹੈ ਉਹਦੇ ਸਿਰੋਂ ਉਹ ਘੜਾ ਉਤਰਦਾ ਹੀ ਨਹੀਂ। ਸੁਣ ਕਰਕੇ ਐਸੇ ਬਚਨ ਜਿਹੜੀ ਸ਼ਾਹਪੂਰ ਉਸ ਨਗਰ ਦੀ ਮੁਖੀਆ ਹੈ, ਉਸ ਨੇ ਕੁਝ ਹੋਰ ਜਾਦੂਗਰਨੀਆਂ ਇਕੱਠੀਆਂ ਕੀਤੀਆਂ ਨੇ। ਸਾਰਿਆਂ ਨੂੰ ਸਮਝਾਇਆ ਹੈ ਕਿ ਜਾ ਕਰਕੇ ਆਪਣੇ ਜੰਤਰਾਂ ਮੰਤਰਾਂ ਤੰਤਰਾਂ ਦੇ ਨਾਲ ਸਿਰ ਤੋਂ ਘੜਾ ਉਤਾਰਨਾ ਕਰੋ। ਸਾਰੀਆਂ ਹੀ ਗਈਆਂ। ਏਡੀਆਂ ਜਾਦੂਗਰਨੀਆਂ ਨੇ, ਕਵੀ ਜੀ ਕਹਿੰਦੇ, ਕੋਈ ਰੁੱਖ ਨੂੰ ਹੱਥ ਪਾ ਕੇ ਰੁੱਖ ਨੂੰ ਚਲਾ ਰਹੀ ਹੈ, ਕੋਈ ਕੱਚੀ ਕੰਧ ਦੇ ਉੱਪਰ ਬੈਠ ਕਰਕੇ ਕੰਧ ਨੂੰ ਚਲਾ ਰਹੀ ਹੈ, ਤੇ ਕੋਈ ਮੁੱਖ ਦੇ ਵਿੱਚੋਂ ਅੱਗ ਕੱਢ ਰਹੀ ਹੈ। ਐਸੇ ਐਸੇ ਜੰਤਰ ਮੰਤਰ ਤੰਤਰਾਂ ਦੀਆਂ ਧਾਰਨੀਆਂ ਨੇ। ਤੇ ਜਦੋਂ ਜਾ ਕਰਕੇ ਗੁਰੂ ਨਾਨਕ ਦੇਵ ਦੀਆਂ ਪਾਸ ਖੜੀ ਔਰਤ ਦੇ ਉੱਪਰ ਆਪਣੇ ਜਾਦੂਆਂ ਦੇ ਨਾਲ ਘੜਾ ਉਤਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਦਾ ਕੋਈ ਵੀ ਜ਼ੋਰ ਨਹੀਂ ਚੱਲ ਰਿਹਾ। ਅਭੀ ਜੀ ਕਹਿੰਦੇ ਐਸੀ ਹਾਲਤ ਹੈ ਜਿਵੇਂ ਗਿੱਦੜ ਮਨ ਹੀ ਮਨ ਵਿੱਚ ਸੋਚੇ ਕਿ ਸ਼ੇਰ ਦਾ ਸ਼ਿਕਾਰ ਕਰਨਾ ਹੈ। ਏਦਾਂ ਦੀ ਹਾਲਤ ਹੋ ਚੁੱਕੀ ਹੈ ਕਿ ਮਨ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਹੈ, ਪਰ ਬਸ ਕੋਈ ਵੀ ਨਹੀਂ ਚੱਲਦਾ। ਵਾਪਸ ਆਈਆਂ ਨੇ ਉਸ ਸ਼ਾਹ ਨੂੰ ਔਰਤ ਦੇ ਕੋਲ ਆ ਕੇ ਸਾਰੀ ਘਟਨਾ ਦੱਸੀ ਹੈ ਕਿ ਅਸੀਂ ਬੜੇ ਜੰਤਰ ਮੰਤਰ ਤੰਤਰਾਂ ਦਾ ਪ੍ਰਯੋਗ ਕੀਤਾ ਹੈ, ਬੜੇ ਉਪਾਅ ਕੀਤੇ ਨੇ, ਪਰ ਉਹਦੇ ਸਿਰ ਤੋਂ ਘੜਾ ਉਤਰਦਾ ਨਹੀਂ। ਸੁਣ ਕਰਕੇ ਉਹ ਮੁਖੀਆ ਔਰਤ ਬੜੀ ਗੁੱਸੇ ਵਿੱਚ ਆਈ ਹੈ ਤੇ ਆਪ ਹੁਣ ਗਈ ਹੈ। ਆਪ ਜਾ ਕਰਕੇ ਆਪਣਾ ਸਾਰਾ ਜ਼ੋਰ ਲਾ ਰਿਹਾ ਹੈ, ਬੜੇ ਜਾਦੂ ਦੇ ਤੀਰ ਚਲਾਏ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਮੇਰ ਪਰਬਤ ਪਹਾੜ ਵਾਂਗ ਅਡੋਲ ਖੜੇ ਨੇ। ਨਾ ਹੀ ਤਾਂ ਉਹਨਾਂ ਦੇ ਜਾਦੂਆਂ ਦਾ ਅਸਰ ਉਸ ਔਰਤ ਦੇ ਘੜੇ ਉੱਪਰ ਹੋ ਰਿਹਾ ਹੈ ਕਿ ਘੜਾ ਰੱਜੀ ਪਰ ਵੀ ਹਿੱਲ ਜਾਵੇ, ਨਾ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਉੱਪਰ ਉਹਨਾਂ ਦਾ ਕੋਈ ਅਸਰ ਚੱਲ ਰਿਹਾ ਹੈ। ਇਸੇ ਪ੍ਰਕਾਰ ਜਦੋਂ ਬਹੁਤਾ ਸਮਾਂ ਬਤੀਤ ਹੋਇਆ ਹੈ ਤੇ ਉਸ ਔਰਤ ਨੇ ਹੱਥ ਜੋੜ ਲਏ ਨੇ, ਜਿਸ ਦੇ ਸਿਰ ਉੱਪਰ ਘੜਾ ਹੈ। ਸਾਰਿਆਂ ਨੂੰ ਉੱਚੀ ਆਵਾਜ਼ ਵਿੱਚ ਕਹਿਣ ਲੱਗੀ ਹੈ ਕਿ ਇਹ ਪੂਰਨ ਸੰਤ ਨੇ, ਇਹ ਪੂਰਨ ਮਹਾਂਪੁਰਖ ਨੇ। ਮੈਂ ਇਹਨਾਂ ਦੀ ਅਵੱਗਿਆ ਕੀਤੀ ਹੈ, ਨਿਰਾਦਰੀ ਕੀਤੀ ਹੈ। ਇਹਨਾਂ ਦੇ ਸਾਥੀ ਨੂੰ ਆਪਣੇ ਯਾਤਰਾ ਮੰਤਰਾਂ ਤੰਤਰਾਂ ਦੇ ਨਾਲ ਆਪਣੇ ਘਰ ਦੇ ਵਿੱਚ ਬੰਨ੍ਹ ਲਿਆ ਸੀ, ਕੈਦ ਕਰ ਲਿਆ ਸੀ। ਇਹ ਮੈਥੋਂ ਭੁੱਲ ਹੋਈ ਹੈ ਤੇ ਹੁਣ ਇਹਨਾਂ ਦੇ ਜੋ ਚਰਨਾਂ ਦੀ ਧੂੜ ਹੈ ਉਹ ਚੱਕ ਕੇ ਮੇਰੇ ਮੱਥੇ ਦੇ ਨਾਲ ਲਾਵੋ, ਫਿਰ ਹੀ ਮੇਰੇ ਸਿਰ ਤੋਂ ਭਾਰ ਉਤਰੇਗਾ, ਦੁੱਖ ਦੂਰ ਹੋਵੇਗਾ। ਇਸੇ ਪ੍ਰਕਾਰ ਸਤਿਗੁਰੂ ਜੀ ਉਹਨਾਂ ਨੂੰ ਜ਼ੋਰ ਲਾਉਂਦਿਆਂ ਵੇਖ ਕਰਕੇ ਹੱਸਦੇ ਹੱਸਦੇ ਉੱਥੋਂ ਦੂਰ ਜਾ ਕਰਕੇ ਮਹਾਰਾਜ ਨਗਰ ਵਿੱਚ ਵਿਰਾਜ ਗਏ ਨੇ। ਤੇ ਉਹ ਔਰਤ ਜਿਸ ਦੇ ਸਿਰ ਉੱਪਰ ਘੜਾ ਹੈ ਉਹ ਮਿਹਨਤਾਂ ਕਰਕੇ ਆਪਣੇ ਨਾਲ ਦੀਆਂ ਸਹੇਲੀਆਂ ਨੂੰ ਕਹਿਣ ਲੱਗੀ, ਜਾ ਕਰਕੇ ਉਹਨਾਂ ਮਹਾਂਪੁਰਖਾਂ ਦੀਆਂ ਮਿਹਨਤਾਂ ਕਰੋ, ਉਹਨਾਂ ਦੇ ਕੋਲੋਂ ਜਾ ਕਰਕੇ ਭੁੱਲਾਂ ਬਖਸ਼ਾਓ। ਹੋ ਸਕਦਾ ਹੈ ਮੇਰੀ ਭੁੱਲ ਬਖਸ਼ੀ ਜਾਵੇ ਕਿ ਸਿਰ ਦੇ ਉੱਪਰ ਜੋ ਭਾਰਾ ਘੜਾ ਹੈ ਇਹ ਫੇਰ ਹੀ ਉਤਰੇਗਾ। ਇੱਥੋਂ ਤੱਕ ਜੋ ਕੱਲ੍ਹ ਦੀਆਂ ਕਥਾ ਵਿਚਾਰਾਂ ਆਈਆਂ ਸਨ ਸੰਗਤ ਜੀ, ਆਉਣ ਵਾਲਾ ਜੋ ਗੁਰੂ ਇਤਿਹਾਸ ਹੈ ਕਿਸ ਤਰ੍ਹਾਂ ਦਾ ਆਉਂਦਾ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰੂ ਇਤਿਹਾਸ ਸ਼ਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਨੂਰ ਸਾਹ ਕਹਿ ਕੀਏ ਸੋ। ਜਿਹੜੇ ਨੂਰ
ਊਸ਼ਾ ਸਾਰੀਆਂ ਔਰਤਾਂ ਦੀ ਮੁਖੀਆ ਔਰਤ ਹੈ, ਉਸ ਨਗਰ ਦੀ ਪ੍ਰਧਾਨ ਹੈ। ਉਹ ਨਾਲ ਦੀਆਂ ਸਖੀਆਂ ਔਰਤਾਂ ਨੂੰ ਲੈ ਕਰਕੇ और अंगना पुंज ਸਾਰੀਆਂ ਨੂੰ ਲੈ ਕਰਕੇ ਇਸ ਪ੍ਰਕਾਰ ਇਕੱਠੀਆਂ ਹੋ ਕਰਕੇ गई कहा मिलकर सबे ਸਾਰੀਆਂ ਇਕੱਠੀਆਂ ਹੋ ਕਰਕੇ ਮਿਲ ਕੇ ਸਲਾਹਾਂ ਕਰਦੀਆਂ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਕੋਲ ਗਈਆਂ ਨੇ। जह राज के पद कांज ਜਿੱਥੇ ਕਮਲ ਸ਼੍ਰੀ ਕੇ ਮੁਖ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿਰਾਜੇ ਨੇ। सोरठा बंदेओ आनंद कंद ਆ ਕਰਕੇ ਸਾਰੀਆਂ ਨੇ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। चंद बदन पैसे निकट ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੰਦਰਮਾ ਵਾਂਗ ਪ੍ਰਕਾਸ਼ ਕਰ ਰਹੇ ਨੇ। ਸਾਰੀਆਂ ਨਿਕਟ ਨੇੜ ਆ ਕੇ ਬੈਠੀਆਂ ਨੇ। दिन को देख मुकंद बोले ਉਹਨਾਂ ਔਰਤਾਂ ਦੀ ਹਾਲਤ ਵੇਖ ਕਰਕੇ, ਉਹਨਾਂ ਦੇ ਸੁਭਾਅ, ਉਹਨਾਂ ਦੇ ਕਰਮ ਵੇਖ ਕਰਕੇ ਮਹਾਰਾਜ ਇਸ ਪ੍ਰਕਾਰ ਉਚਾਰਨ ਕਰਦੇ ਹਨ। सूही मह शब्द ਮਹਾਰਾਜ ਜੀਆਂ ਨੇ ਸੂਹੀ ਰਾਗ ਅੰਦਰ ਇਹ ਸ਼ਬਦ ਉਚਾਰਨ ਕੀਤਾ ਹੈ। श्री मुख बाग सूही महला पहला उजती ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਸ਼੍ਰੋਮਣੀ ਮੁਖ ਤੋਂ ਸੂਹੀ ਰਾਗ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀਆਂ ਨੇ ਕੁਚਜੀ ਸ਼ਬਦ ਉਚਾਰਨ ਕੀਤਾ। ਇਹ ਦੋ ਤਿੰਨ ਤਰ੍ਹਾਂ ਦੀਆਂ ਗੁਰਬਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ, ਕੁਚਜੀ, ਸੁਚਜੀ ਤੇ ਗੁਰਬੰਤੀ। ਮਹਾਰਾਜ ਜੀਆਂ ਨੇ ਕੁਚਜੀ ਦੇ ਲੱਛਣ ਦੱਸੇ ਨੇ। ਆਮ ਤੌਰ ਤੇ ਹੀ ਦੁਨਿਆਵੀ ਤੌਰ ਤੇ ਵੇਖ ਲਈਏ, ਜਿਸ ਬੰਦੇ ਨੂੰ, ਜਿਸ ਔਰਤ ਨੂੰ ਘਰ ਦੇ ਕੰਮ ਚੰਗੀ ਤਰ੍ਹਾਂ ਨਾ ਆਉਂਦੇ ਹੋਣ, ਕੋਈ ਰੋਟੀ ਪਾਣੀ ਚੰਗਾ ਨਾ ਬਣਾਉਣਾ ਆਉਂਦਾ ਹੋਵੇ, ਸਾਫ ਸਫਾਈ ਨਾ ਰੱਖਦੇ ਹੋਣ, ਆਪਾਂ ਆਮ ਹੀ ਸ਼ਬਦ ਵਰਤ ਦਿੰਦੇ ਹਾਂ ਕਿ ਇਹ ਤਾਂ ਬਹੁਤ ਹੀ ਕੁਚੱਜੀ, ਇਹਨੂੰ ਕੋਈ ਚੱਜ ਹੀ ਨਹੀਂ। ਇਸੇ ਤਰ੍ਹਾਂ ਮਹਾਰਾਜ ਉਹਨਾਂ ਨੂੰ ਸਮਝਾਉਂਦੇ ਨੇ ਕਿ ਜਿਨ੍ਹਾਂ ਨੂੰ ਮਨੁੱਖਾ ਜੀਵਨ ਮਿਲਿਆ 84 ਲੱਖ ਜੂਨਾਂ ਦੇ ਵਿੱਚੋਂ ਸ਼ੁੱਧ ਕਰਕੇ ਮਨੁੱਖਾ ਜੀਵਨ ਪ੍ਰਾਪਤ ਹੋਇਆ, ਤੇ ਇਸ ਜੀਵਨ ਅੰਦਰ ਜਿਨ੍ਹਾਂ ਨੂੰ ਸਤ ਸੰਗਤ ਕਰਨ ਦਾ ਚੱਜ ਨਹੀਂ, ਜਿਨ੍ਹਾਂ ਨੂੰ ਸੇਵਾ ਸਿਮਰਨ ਕਰਨ ਦਾ ਚੱਜ ਨਹੀਂ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਜਪਣ ਦਾ ਚੱਜ ਨਹੀਂ, ਉਹ ਤਾਂ ਫਿਰ ਕੁਚੱਜੇ ਹੀ ਹੋਏ। ਇਸੇ ਪ੍ਰਕਾਰ ਮਹਾਰਾਜ ਕੁਚੱਜੀ ਦਾ ਸ਼ਬਦ ਉਚਾਰਨ ਕਰਦੇ ਹਨ। ਮੱਝ ਗੁਦਤੀ ਮਾਵਨ ਦੋਸੜੇ ਮਹਾਰਾਜ ਜੀ ਇਸ ਪ੍ਰਕਾਰ ਬੇਨਤੀ ਕਰ ਰਹੇ ਨੇ ਉਹਨਾਂ ਔਰਤਾਂ ਤਾਈਂ ਕਿ ਮੰਝ ਕੁਚੱਜੀ ਅਮਾਵਸ ਦੋਸੜੇ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਮੂਹਰੇ ਇੱਕ ਜੀਵ ਰੂਪ ਇਸਤਰੀ ਮਿੰਨਤਾਂ ਕਰ ਰਹੀ ਹੈ, ਤਰਲੇ ਕਰ ਰਹੀ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਮੈਂ ਕੁਚੱਜੀ ਹਾਂ, ਮੈਨੂੰ ਕੋਈ ਸੇਵਾ ਸਿਮਰਨ ਦਾ ਸਤ ਸੰਗਤ ਦਾ ਢੰਗ ਨਹੀਂ, ਤੇ ਜੋ ਜੀਵਨ ਅੰਦਰ ਮੈਂ ਭੁੱਲਾਂ ਕੀਤੀਆਂ ਨੇ, ਗੁਨਾਹ ਕੀਤੇ ਨੇ, ਉਹ ਗਿਣਨ ਮਿਲਣ ਤੋਂ ਰਹਿਤ ਹਨ, ਉਹ ਬਹੁਤੇ ਜ਼ਿਆਦਾ ਨੇ। ਕਿਉਂ ਸੁਭਰਾਵਨ ਜਾਓ ਜੀਓ ਮੇਰਾ ਜੀਵਨ ਐਸੀਆਂ ਗਲਤੀਆਂ ਦਾ, ਗੁਨਾਹਾਂ ਦਾ ਭਰਿਆ ਹੋਇਆ ਹੈ, ਤੇ ਮੈਂ ਕਿਵੇਂ ਉਸ ਪਤੀ ਪਰਮੇਸ਼ਰ ਕੋਲ ਪਹੁੰਚ ਕੇ ਆਨੰਦ ਮਾਣਾਂਗੀ। ਇੱਕ ਚੜੰਦੀਆ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਅੰਦਰ ਜੋ ਜੀਵ ਰੂਪ ਇਸਤਰੀਆਂ ਨੇ, ਮਹਾਂਪੁਰਖ ਨੇ, ਸਤਿਪੁਰਸ਼ ਨੇ, ਬ੍ਰਹਮ ਗਿਆਨੀ ਨੇ, ਉਹ ਇੱਕ ਤੋਂ ਇੱਕ ਚੜ੍ਹਦੇ ਹਨ। ਕੌਣ ਜਾਣੇ ਮੇਰਾ ਨਾਮ ਜੀਓ ਐਸੇ ਸ਼ੁਭ ਗੁਣਾਂ ਵਾਲਿਆਂ ਦੇ ਵਿੱਚ ਮੇਰਾ ਜੀਵਨ ਅਵਗੁਣਾਂ ਦਾ ਭਰਿਆ ਹੋਇਆ ਹੈ, ਤੇ ਮੇਰਾ ਨਾਮ ਕੌਣ ਜਾਣੇਗਾ। ਜਿੰਨੀ ਸਖੀ ਸਹਰਾਵਿਆ ਤੇ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਉਸ ਪਤੀ ਪਰਮੇਸ਼ਰ ਦੀ ਸਤ ਸੰਗਤ ਕੀਤੀ ਹੈ, ਉਹਦਾ ਸੁਖ ਮਾਣਿਆ ਹੈ। ਸੇ ਅੰਬੀ ਛਾਵੜੀ ਇਹ ਜੀਓ ਉਹਨਾਂ ਦਾ ਜੀਵਨ ਤਾਂ ਅੰਬ ਦੀ ਛਾਂ ਵਾਂਗ ਸੰਘਣਾ ਹੋ ਚੁੱਕਾ ਹੈ, ਸੁਖ ਦੇਣ ਵਾਲਾ ਹੈ। ਸੇ ਗੁਣ ਮੰਜ ਨਾ ਆਵਨੀ ਤੇ ਮੇਰੇ ਵਿੱਚ ਐਸਾ ਕੋਈ ਸ਼ੁਭ ਗੁਣ ਇੱਕ ਵੀ ਨਹੀਂ ਦਿਖਦਾ। ਹੋ ਕਹਿ ਦੋਸ ਧਰਿਓ ਜੀਓ ਤੇ ਮੈਂ ਕਿਹਨੂੰ ਦੋਸ਼ ਦੇਵਾਂ ਕਿ ਮੇਰਾ ਜੀਵਨ ਐਸਾ ਗੁਨਾਹਾਂ ਦਾ ਭਰਿਆ ਹੋਇਆ ਹੈ। ਮੈਂ ਆਪਣੇ ਆਪ ਹੀ ਵਿਕਾਰਾਂ ਦੇ ਵਿੱਚ ਰਲ ਕਰਕੇ ਐਸੇ ਗੁਨਾਹ ਗਲਤੀਆਂ ਕੀਤੇ ਨੇ। ਮੈਂ ਕਿਹਨੂੰ ਦੋਸ਼ ਦੇਵਾਂ। ਹੈ ਪਤੀ ਪਰਮੇਸ਼ਰ, ਮੇਰਾ ਚਿੱਤ ਕਿਵੇਂ ਟਿਕੇ, ਮੇਰਾ ਮਨ ਕਿਵੇਂ ਰੁਕੇ। ਕਿਆ ਗੁਣ ਤੇਰੇ ਵਿਖਰਾ हे ਅਕਾਲ ਪੁਰਖ ਵਾਹਿਗੁਰੂ, ਤੇਰੇ ਕਿਹੜੇ ਕਿਹੜੇ ਗੁਣ ਮੈਂ ਕਹਾਂ, ਕਿਹੜੇ ਕਿਹੜੇ ਗੁਣਾਂ
ਗੁਣਾਂ ਦੀ ਸਿਫਤ ਕਰਾਂ। ਹਾਂ ਕਿਆ ਕਿਆ ਕਹਿਣਾ ਤੇਰਾ ਨਾਮ ਜੀਓ। ਕੀ ਨਾਮ ਤੇਰਾ ਜਪਾਂ, ਕਿਹੜੇ ਕਿਹੜੇ ਨਾਮ ਤੋਂ ਵਾਰਨੇ ਬਲਿਹਾਰਨੇ ਜਾਵਾਂ। ਤੇਰਾ ਇੱਕ ਨਾਮ ਨਹੀਂ ਵਧੇਰੇ ਨਾਮ ਹਨ। ਇੱਕ ਟੋਲ ਨਾ ਅੰਬਰਾ, ਇੱਕ ਟੋਲ ਨਾ ਅੰਬੜਾ, ਜਿਹੜੇ ਤੇਰੇ ਬਖਸ਼ੇ ਪਦਾਰਥ ਹਨ। ਹਾਂ ਸਤਿਗੁਰ ਬਾਨੈ ਤੇਰਾ ਜਾਓ ਜੀਓ। ਮੈਂ ਉਹਨਾਂ ਦੇ ਇੱਕ ਦੇ ਵੀ ਨੇੜ ਨਹੀਂ ਪਹੁੰਚ ਸਕਦੀ। ਐਸਾ ਮੇਰਾ ਜੀਵਨ ਰੁਕਾਵਟਾਂ ਦਾ ਭੁੱਲਾਂ ਦਾ ਭਰਿਆ ਹੋਇਆ ਹੈ। ਤੇਰੇ ਜੋ ਪਦਾਰਥ ਹਨ ਨਾ ਬਖਸ਼ੇ ਇਸ ਸੰਸਾਰ ਨੂੰ, ਉਹਨਾਂ ਦੇ ਵਿੱਚੋਂ ਮੈਂ ਇੱਕ ਦਾ ਵੀ ਆਨੰਦ ਨਾ ਮਾਣ ਸਕੀ। ਮੇਰਾ ਐਸਾ ਜੀਵਨ ਹੈ, ਪਰ ਤੇਰਾ ਐਸਾ ਸੁਭਾਵ ਹੈ ਜਿਹਦੇ ਤੋਂ ਮੈਂ ਬਾਹਰਨੇ ਬਲਿਹਾਰਨੇ ਜਾਂਦੀ ਹਾਂ। ਸੋਇਨਾ ਰੂਪਾ ਰੰਗੁਲਾ, ਜਿੰਨਾ ਵੀ ਸੰਸਾਰ ਦੇ ਵਿੱਚ ਸੋਨਾ ਚਾਂਦੀ ਆਦਿ ਰੰਗਲਾ ਸੰਸਾਰ ਨਜ਼ਰ ਆਉਂਦਾ ਹੈ। ਮੋਤੀ ਤੇ ਮਾਨਕ ਜੀਓ। ਜਿੰਨੇ ਵੀ ਸੁੱਚੇ ਮੋਤੀ ਮਾਨਕ ਆਦਿਕ ਨਜ਼ਰ ਆਉਂਦੇ ਨੇ, ਸੇ ਵਸਤੂ ਸਹਿ ਦਿੱਤੀਆ। ਇਹ ਸਾਰਾ ਕੁਝ ਹੀ ਪਰਮੇਸ਼ਰ ਤੋਂ ਪੈਦਾ ਕਰਨ ਵਾਲਾ ਹੈ, ਤੂੰ ਦੇਣ ਵਾਲਾ ਹੈ। ਮੈਂ ਬਿਨ ਸਿਉ ਲਾਇਆ ਚਿਤ ਜੀਓ। ਤੇ ਮੈਂ ਤੈਨੂੰ ਭੁੱਲ ਬੈਠੀ ਹਾਂ। ਇਸ ਸੋਨੇ ਚਾਂਦੀ ਦੇ ਨਾਲ, ਇਹਨਾਂ ਪਦਾਰਥਾਂ ਦੇ ਨਾਲ ਮੇਰਾ ਬਹੁਤਾ ਮੋਹ ਲੱਗਾ ਹੈ। ਮੰਦਰ ਮਿੱਟੀ ਸੰਧੜੇ, ਜਿਹੜੇ ਇਹ ਸੰਸਾਰ ਹੈ, ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਹਨ, ਉਹਨਾਂ ਦੇ ਸਰੀਰ ਹਨ, ਇਹ ਪੰਜ ਭੂਤਕ ਪਦਾਰਥਾਂ ਭਾਵ ਮਿੱਟੀ ਤੋਂ ਤਿਆਰ ਹੋਏ ਨੇ। ਪੱਥਰ ਕੀਤੇ ਰਾਸ ਜੀਓ। ਪਰ ਮੈਂ ਇਹਨਾਂ ਨੂੰ ਪੱਥਰਾਂ ਵਾਂਗ ਜਾਣ ਬੈਠੀ, ਕਿਉਂਕਿ ਜਿਹੜੀ ਮਿੱਟੀ ਹੈ ਇਹ ਖੁਰ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਪੱਥਰ ਕਦੇ ਵੀ ਖੁਰਦੇ ਨਹੀਂ। ਮਹਾਰਾਜ, ਜਿਹੜੇ ਤੇਰੇ ਬਖਸ਼ੇ ਸਰੀਰ ਹਨ, ਇਹ ਤਾਂ ਮਿੱਟੀ ਵਰਗੇ ਨੇ, ਪਰ ਮੈਂ ਇਹਨਾਂ ਨੂੰ ਭੁੱਲ ਕੇ ਪੱਥਰ ਸਮਝ ਬੈਠੀ ਹਾਂ ਕਿ ਮੈਂ ਕਿਹੜਾ ਸੰਸਾਰ ਤੋਂ ਜਾਣਾ। ਇਸ ਲਈ ਕਿਸੇ ਨੂੰ ਮੌਤ ਚੇਤੇ ਨਹੀਂ ਹੁੰਦੀ। ਹਾਂ ਇੰਨੀ ਟੋਲੀ ਭੁੱਲੀਅਸ, ਤੇ ਤੇਰੇ ਬਖਸ਼ਿਆ ਪਦਾਰਥਾਂ ਦੇ ਵਿੱਚ ਐਸਾ ਘੁਲ ਮਿਲ ਗਈ ਹਾਂ, ਸੰਸਾਰ ਦੇ ਵਿੱਚ ਐਸਾ ਵਿਚਰ ਰਹੀ ਹਾਂ, ਤੈਨੂੰ ਭੁੱਲ ਚੁੱਕੀ ਹਾਂ। ਤਿਸ ਕਾਂਤ ਨ ਬੈਠੀ ਪਾਸ ਜੀਓ। ਕਦੇ ਵੀ ਆਪਣੇ ਪਤੀ ਪਰਮੇਸ਼ਰ ਕੋਲ ਸਤਸੰਗਤ ਦੀਆਂ ਘੜੀਆਂ ਨਹੀਂ ਮਾਰੀਆਂ, ਕਦੇ ਚੌਂਕੜਾ ਮਾਰ ਕਰਕੇ ਉਹਦੇ ਕੋਲ ਨਹੀਂ ਬੈਠੀ, ਉਹਦਾ ਨਾਮ ਨਹੀਂ ਜਪਿਆ। ਅੰਬਰ ਪੂੰਜਾ ਕੁਰਲੀਆਂ, ਤੇ ਜਦੋਂ ਅੰਬਰਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਜਿਹੜੀਆਂ ਕੂੰਜਾਂ ਹਨ ਉਹ ਚਲੀਆਂ ਜਾਂਦੀਆਂ ਨੇ, ਬਗ ਬੈਠੇ ਆਏ ਜੀਓ। ਤੇ ਉੱਥੇ ਆ ਕਰਕੇ ਜਿਹੜੇ ਬਗ ਭਾਵ ਬਗਲੇ ਬਹਿ ਜਾਂਦੇ। ਸਾਧ ਸੰਗਤ ਜੀ, ਜੋ ਸਾਡੇ ਸਰੀਰ ਦਾ ਸਿਰ ਹੈ ਨਾ, ਸਿਰ ਦੇ ਉੱਪਰ ਜਿਹੜੇ ਕੇਸ ਨੇ ਇਹ ਕਦੇ ਕੂੰਜਾਂ ਵਾਂਗ ਕਾਲੇ ਹੁੰਦੇ, ਪਰ ਜਦੋਂ ਕਾਲੇ ਕੇਸ ਕੂੰਜਾਂ ਵਾਂਗ ਉੱਡ ਜਾਂਦੇ ਨੇ, ਫਿਰ ਬਗਲਿਆਂ ਵਾਂਗ ਚਿੱਟੇ ਧੌਲੇ ਆ ਕੇ ਬੈਠਦੇ ਹਨ। ਸਾਧਨ ਚੱਲੀ ਸਾਹੁਰੈ, ਤੇ ਮਹਾਰਾਜ ਕਹਿੰਦੇ ਇਸੇ ਪ੍ਰਕਾਰ ਆਪਣਾ ਜੀਵਨ ਬਤੀਤ ਕਰਕੇ ਜਦੋਂ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਕੋਲ ਸਹੁਰੇ ਜਾਂਦੀ ਹੈ, ਕਿਆ ਮੋਹ ਦੇਸੀ ਆਗੇ ਜਾਏ ਜੀਓ। ਤੇ ਐਸੀ ਔਰਤ ਜਦੋਂ ਸਹੁਰੇ ਭਾਵ ਪਰਲੋਕ ਜਾਵੇਗੀ, ਤੇ ਪਰਲੋਕ ਜਾ ਕਰਕੇ ਕੀ ਆਪਣੇ ਪਤੀ ਪਰਮੇਸ਼ਰ ਨੂੰ ਮੁਖ ਦਿਖਾਵੇਗੀ। ਸੁੱਤੀ ਸੁੱਤੀ ਝਾਲਤੀਆ, ਮਹਾਰਾਜ ਇਸੇ ਪ੍ਰਕਾਰ ਮੇਰਾ ਜੀਵਨ ਗਾਫਲਾ ਵਾਂਗ ਵਿਕਾਰਾਂ ਦੀ ਨੀਂਦ ਵਿੱਚ ਸੁੱਤਿਆਂ ਸੁੱਤਿਆਂ ਬਤੀਤ ਹੋਇਆ ਹੈ। ਭੁੱਲੀ ਬਾਟੜੀ ਆਸ ਜੀਓ। ਤੇ ਮੈਂ ਜਿਹੜਾ ਤੇਰਾ ਮੁਕਤੀ ਦਾ ਰਸਤਾ ਸੀ, ਪਰਮਾਰਥ ਦਾ ਰਸਤਾ ਸੀ, ਉਹ ਭੁੱਲ ਚੁੱਕੀ ਹਾਂ। ਤੈ ਸਫਰ ਨਾਲ ਮੁਕਤੀਅਸ, ਮੇਰੀ ਤੇਰੇ ਨਾਲੋਂ ਸਾਰਾ ਜੀਵਨ ਹੀ ਟੁੱਟੀ ਰਹੀ ਹੈ। ਦੁੱਖਾਂ ਕੂ ਤੇਰੀ ਆਸ ਜੀਓ। ਤੇ ਪਦਾਰਥਾਂ ਦੇ ਨਾਲ ਐਸਾ ਨੇਹ ਐਸਾ ਪ੍ਰੇਮ ਕੀਤਾ ਹੈ, ਇਸ ਲਈ ਮੈਨੂੰ ਦੁੱਖ ਹੀ ਪ੍ਰਾਪਤ ਹੋਏ ਨੇ। ਤੁਧਗੁਣ ਮੈਂ ਸਭ ਅਵਗਨਾ, ਤੇਰੇ ਵਿੱਚ ਪਰਮੇਸ਼ਰ ਸਾਰੇ ਹੀ ਗੁਣ ਨੇ, ਤੇ ਮੇਰਾ ਜਿਹੜਾ ਸਰੀਰ ਹੈ ਅਵਗੁਣ ਅਵਗੁਣਾਂ ਦਾ ਭਰਿਆ ਹੈ। ਇਕ ਨਾਨਕ ਕੀ ਅਰਦਾਸ ਜੀਓ। ਹੈ ਗੁਰੂ ਨਾਨਕ, ਤੇਰੇ ਅੱਗੇ ਮੇਰੀ ਇੱਕੋ ਹੀ ਅਰਦਾਸ ਹੈ। ਸਭ ਰਾਤੀ ਸੁਹਾਗਨੀ, ਜੋ ਪਤੀ ਪਰਮੇਸ਼ਰ ਦੇ ਨਾਲ ਬੈਠ ਕਰਕੇ ਨਾਮ ਜਪਦੀਆਂ ਨੇ, ਜੋ ਬੰਦਗੀ ਕਰਦੀਆਂ ਨੇ, ਜੋ ਉਸ ਪਰਮੇਸ਼ਰ ਨੂੰ ਚੇਤੇ ਕਰਦੀਆਂ ਨੇ, ਉਹਨਾਂ ਦੇ ਜਿਹੜੀ ਜੀਵਨ ਰੂਪੀ ਰਾਤ ਹੈ ਉਹ ਸੁਹਾਗਨ ਔਰਤਾਂ ਵਾਂਗ ਬਤੀਤ ਹੁੰਦੀ ਹੈ। ਮੈਂ ਜੋ ਕਾਗਨ ਕਾਈ ਰਾਤ ਜੀਓ। ਪਰ ਜੋ ਉਸ
ਪਰਮੇਸ਼ਰ ਨਾਲੋਂ ਟੁੱਟੇ ਨੇ, ਨਾਮ ਨਹੀਂ ਜਪਦੇ, ਸੇਵਾ ਸਿਮਰਨ ਬੰਦਗੀ ਨਹੀਂ ਕਰਦੇ, ਜਿਨ੍ਹਾਂ ਨੂੰ ਰੱਬ ਚੇਤੇ ਨਹੀਂ ਉਹਨਾਂ ਦੇ ਲਈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਕੋਈ ਵੀ ਐਸੀ ਰਾਤ ਬਣੀ ਨਹੀਂ ਜਿਹੜੀ ਸੁਹਾਗਣ ਔਰਤਾਂ ਵਾਂਗ ਸੁੱਖ ਦੇ ਨਾਲ ਬਤੀਤ ਹੋਵੇ। ਉਹਨਾਂ ਦੀਆਂ ਰਾਤਾਂ ਕੱਲਿਆਂ ਹੀ ਬਤੀਤ ਹੁੰਦੀਆਂ ਨੇ, ਪਤੀ ਪਰਮੇਸ਼ਰ ਤੋਂ ਬਿਨਾਂ। ਕਮੈਤ ਨੂਰ ਸਾਹਿਬ ਸੁਣਨੇ ਚ ਸੀਸ ਧਨ ਭਾਣਿਓ ਕੋਨ। ਇਸ ਪ੍ਰਕਾਰ ਜਦੋਂ ਨੂਰ ਸ਼ਾਹ ਔਰਤ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਸੁਣੇ ਨੇ ਤੇ ਚੰਗਾ ਚੰਗਾ ਕਹਿ ਕਰਕੇ ਠੀਕ ਠੀਕ ਸਰੀਰ ਅੰਦਰ ਮਨ ਅੰਦਰ ਮੰਨਿਆ ਹੈ ਤੇ ਸਿਰ ਮਾਰਦੀ ਹੈ। ਜਾਣਿਓ ਮਨ ਮਾਹੀ ਇਹ ਚੇਤਕੀ ਫਕੀਰ ਹੈ। ਤੇ ਮਨ ਹੀ ਮਨ ਵਿੱਚ ਜਾਣ ਚੁੱਕੀ ਹੈ ਇਹ ਕੋਈ ਪੂਰਨ ਸੰਤ ਮਹਾਂਪੁਰਖ ਹੈ। ਮੰਤਰ ਕੋ ਅਲਾਵਤ ਸੁਨਾਪਤ ਛਲਕ ਮੋਹੇ। ਤੇ ਮਨ ਵਿੱਚ ਸੋਚਦੀ ਹੈ ਕਿ ਇਹ ਜਿਹੜੇ ਵਚਨ ਵਿਲਾਸ ਕਰ ਰਿਹਾ ਹੈ ਇਹ ਮੈਨੂੰ ਛਲਣਾ ਚਾਹੁੰਦਾ ਹੈ। ਹੋਣਾ ਬਤ ਆਵੋ ਇਹ ਕਾਟੋਈ ਅੰਧੀਰ ਹੈ। ਮੈਂ ਇਹਦੇ ਉੱਪਰ ਰਤੀ ਪਰ ਵੀ ਵਿਸ਼ਵਾਸ ਨਹੀਂ ਕਰਾਂਗੀ, ਇਹ ਗੁਰੂ ਨਾਨਕ ਹੈ ਜੋ ਡਰ ਤੋਂ ਰਹਿਤ ਹੈ। ਬੜੇ ਨਿਜ ਮੰਤਰਨ ਅਨੇਕ ਲੱਖ ਨਿਤਰਨ। ਇਸ ਪ੍ਰਕਾਰ ਮੁਖ ਵਿੱਚ ਬੈਠੀ ਸਤਿਗੁਰਾਂ ਦੇ ਪਾਸ ਫਿਰ ਵੀ ਸਤਿਗੁਰਾਂ ਤੇ ਯਕੀਨ ਵਿਸ਼ਵਾਸ ਨਹੀਂ ਕੀਤਾ। ਉਹ ਜਿਹੜੀ ਨੂਰ ਸ਼ਾਹ ਔਰਤ ਹੈ ਮਨ ਹੀ ਮਨ ਅੰਦਰ ਮੁਖ ਤੋਂ ਮੰਤਰ ਪੜ ਰਹੀ ਹੈ, ਜੰਤਰ ਪੜ ਰਹੀ ਹੈ, ਤੰਤਰ ਕਰ ਰਹੀ ਹੈ। ਕਾਤ ਬਹੁਤ ਤੰਤਰਨ ਕੋ ਜਾਣੇ ਇਹ ਗੰਭੀਰ ਹੈ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਉੱਪਰ ਜਾਦੂ ਪਾਉਣਾ ਚਾਹੁੰਦੀ ਹੈ, ਨਾਲ ਜਾਣਦੀ ਹੈ ਇਹ ਕੋਈ ਡੂੰਘਾ ਮਹਾਂਪੁਰਖ ਹੈ। ਬਸ ਨਹੀਂ ਚਲਿਓ ਕੋ ਹਾਰੀ ਸਭੈ ਬੈਦ ਸੋ। ਜਦੋਂ ਸਾਰੇ ਹੀ ਯਤਨ ਕਰ ਲਏ ਕੋਈ ਵੀ ਬਸ ਨਾ ਚੱਲਿਆ, ਅਖੀਰ ਹਾਰ ਮੰਨੀ ਹੈ। ਲਗਿਓ ਹਿਰਦੇ ਮਾਹੇ ਤਪ ਪੀਰਨ ਕੋ ਪੀਰ ਹੈ। ਇਹ ਜਾਣ ਚੁੱਕੀ ਹੈ ਇਹ ਪੀਰਾਂ ਦਾ ਪੀਰ ਹੈ, ਗੁਰੂਆਂ ਦਾ ਗੁਰੂ ਹੈ, ਪੂਰਨ ਸਤਿਪੁਰਸ਼ ਹੈ। ਸਵਈਆ ਨਾਗਣੀ ਜਿਉ ਬਿਨ ਤਾਸਤ ਕੋ। ਇਸ ਪ੍ਰਕਾਰ ਕਵੀ ਜੀ ਕਹਿੰਦੇ ਸਤਿਗੁਰਾਂ ਉੱਪਰ ਜ਼ੋਰ ਚਲਾਉਂਦੀ ਹੈ ਜਿਵੇਂ ਕੋਈ ਸਪਣੀ ਗਰੜ ਪੰਛੀ ਉੱਪਰ ਜ਼ੋਰ ਚਲਾਵੇ। ਬਾਬਤ ਆਪਣੋ ਜੋਰ ਦਿਖਾਵੇ। ਇਹ ਸਤਿਗੁਰਾਂ ਨੂੰ ਡਰਾਉਣਾ ਚਾਹੁੰਦੀ ਹੈ, ਆਪਣੇ ਜਾਦੂਆਂ ਦਾ ਜ਼ੋਰ ਪਾ ਰਹੀ ਹੈ। ਜਿਉ ਗੁਰ ਸਾਮੋਹੇ ਮੰਤਰਨ ਕੋ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਮੂਹਰੇ ਬੈਠ ਕਰਕੇ ਮੰਤਰ ਪੜ੍ਹਦੀ ਹੈ। ਪੜ ਭਾਵਨ ਕੋ ਹਿਰਦਾ ਬਰਮਾਵੇ। ਇਸ ਪ੍ਰਕਾਰ ਸਤਿਗੁਰਾਂ ਨੂੰ ਬਰਮਾਉਣਾ ਚਾਹੁੰਦੀ ਹੈ, ਸਤਿਗੁਰਾਂ ਦੇ ਉੱਪਰ ਜਾਦੂ ਕਰਕੇ ਸਤਿਗੁਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀ ਹੈ। ਹਾਰ ਕੇ ਜਾਣਤ ਵੀ ਇਹ ਪੂਰਨ। ਅਖੀਰ ਦੇ ਵਿੱਚ ਮੰਨ ਚੁੱਕੀ ਹੈ ਕਿ ਇਹ ਪੂਰਨ ਹੈ, ਇਸ ਲਈ ਸਾਡੇ ਜਾਦੂਆਂ ਦਾ ਮੰਤਰਾਂ ਤੰਤਰਾਂ ਦਾ ਕੋਈ ਜ਼ੋਰ ਨਹੀਂ ਚੱਲਦਾ। ਪੂਰਨ ਦੀਨ ਭਾਈ ਕਿਗ ਆਵੇ। ਅਖੀਰ ਹੱਥ ਜੋੜੇ ਨੇ ਛੇਤੀ ਹੀ ਸਤਿਗੁਰਾਂ ਦੇ ਚਰਨਾਂ ਤੇ ਡਿੱਗੀ ਹੈ। ਭੇਵ ਤੁਮਾਰ ਨਾ ਜਾਣ ਸਕੀ ਹਮ। ਕਹਿ ਲੱਗੀ ਕਿ ਅਸੀਂ ਆਪ ਜੀਆਂ ਦਾ ਭੇਦ ਨਹੀਂ ਜਾਣਿਆ। ਕੀਨ ਖਤਾ ਅਬ ਸੋ ਬਖਸਾਵੇ। ਤੇ ਜੋ ਅਸੀਂ ਭੁੱਲਾਂ ਕੀਤੀਆਂ ਨੇ ਅਣਜਾਣੇ ਵਿੱਚ ਹੈ ਸਤਿਗੁਰੂ ਜੀ ਬਖਸ਼ ਲਵੋ। ਮਤ ਮਤੀ ਤੁਮਰਾ ਇਨ ਮਾਨਵ। ਇਸ ਲਈ ਸਾਡੀ ਭੈੜੀ ਮੱਤ ਸੀ, ਅਸੀਂ ਮੰਤਰਾਂ ਤੰਤਰਾਂ ਦੇ ਨਾਲ ਤੇਰੇ ਨਾਲ ਦਾ ਸਾਥੀ। ਮੰਤਰਨ ਕੇ ਦਿਨ ਬੀਜ ਵਸਾਇਓ। ਅਸੀਂ ਆਪਣੇ ਜਾਦੂ ਦੇ ਵਿੱਚ ਫਸਾ ਲਿਆ ਸੀ। ਕੌਮ ਕੋ ਨਿਵਾਰ ਹੋ ਜਾ ਸਿਰ ਤੇ ਅਬ। ਜੇ ਸਤਿਗੁਰੂ ਜੀ ਕਿਰਪਾ ਕਰੋ ਜੋ ਸਾਡੇ ਨਾਲ ਦੀ ਔਰਤ ਦੇ ਸਿਰ ਦੇ ਨਾਲ ਘੜਾ ਜੁੜਿਆ ਹੈ ਉਸ ਨੂੰ ਉਤਾਰ ਨਾ ਕਰੋ। ਦੀਨ ਭਾਈ ਮਨ ਤੇ ਦੁਖ ਪਾਇਓ। ਬਹੁਤੀ ਦੀਨ ਅਧੀਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਕਰਕੇ ਦੁੱਖ ਪਾਉਂਦੀ ਹੈ। ਨਾਗਤ ਹੈ ਅਬ ਹੀਲਨ ਸੰਤਨ। ਮਹਾਰਾਜ ਅੱਜ ਤੋਂ ਬਾਅਦ ਅਸੀਂ ਕੋਈ ਵੀ ਕਿਸੇ ਸਤਿਪੁਰਸ਼ ਨਾਮ ਜਪਣ ਵਾਲੇ ਦਾ ਨਰਾਦਰ ਨਹੀਂ ਕਰਾਂਗੇ। ਬਾਬੇ ਆਨ ਦਿੱਤੀ ਹਮ ਖਾਇਓ। ਤੇ ਅਸੀਂ ਉਹਨਾਂ ਦੀਆਂ ਸੇਵਾ ਕਰਾਂਗੇ, ਉਹਨਾਂ ਦੀ ਸੇਵਾ ਦੇ ਵਿੱਚੋਂ ਆਨੰਦ ਮਾਣਾਂਗੇ। ਮੌਸਮ ਮੋਰ ਅਬੈ ਸਭ ਠੌਰ। ਤੁਸੀਂ ਸਾਰਿਆਂ ਕੰਮਾਂ ਤੋਂ ਸਿਰਮੌਰ ਹੋ, ਵੱਡੇ ਹੋ। ਸਮਾਨ ਔਰ ਤੁਮੀ ਕਤਦਾਇਓ। ਅਸੀਂ ਅੱਜ ਤੱਕ ਤੁਹਾਡੇ ਵਰਗਾ ਕੋਈ ਨਹੀਂ ਵੇਖਿਆ, ਆਪ ਜੀ ਮੁਕਤੀ ਦਾਤੇ ਹੋ। ਜੋ ਸੁਣ ਕੇ ਦਿਲ ਕੀ ਬਿਨਤੀ ਪੁਨ। ਇਸ ਪ੍ਰਕਾਰ ਜਦੋਂ ਸਤਿਗੁਰਾਂ ਨੇ ਉਹਨਾਂ ਔਰਤਾਂ ਦੀਆਂ ਬੇਨਤੀਆਂ ਸੁਣੀਆਂ ਨੇ ਸ੍ਰੀ ਗੁਰ ਆਨੰਦ ਬੈਨ ਅਲਾਇਓ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ
ਕਹਿਣਾ ਕੀਤਾ ਹੈ। ਵਾਹਿਗੁਰੂ ਕਹਿ ਲਿਓ ਉਤਾਰ ਕਿ ਭਾਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਘੜਾ ਉਤਾਰਨਾ ਕਰੋ। ਕਿ ਤਤਕਾਲ ਬਾਲ ਹਿਲਾਇਓ ਇਸ ਪ੍ਰਕਾਰ ਆਦਤ ਉੱਠੀ ਹੈ, ਉਹ ਕਰਕੇ ਵਾਹਿਗੁਰੂ ਜਪਿਆ ਹੈ ਤੇ ਘੜਾ ਹਿਲਿਆ ਹੈ। ਨਾਮ ਉਚਾਰਤ ਹੀ ਉਤਰਾ ਘਟ ਇਸ ਪ੍ਰਕਾਰ ਨਾਮ ਨੂੰ ਉਚਾਰਦੀ ਵਾਹਿਗੁਰੂ ਵਾਹਿਗੁਰੂ ਕਰਦੀ ਨੇ ਘੜਾ ਸਿਰ ਤੋਂ ਉਤਾਰਿਆ ਹੈ। ਇਹ ਚੰਬ ਸਭੈ ਉਰ ਪਾਇਓ ਐਸਾ ਕੌਤੁਕ ਵੇਖ ਕਰਕੇ ਸਾਰੇ ਹੀ ਹੈਰਾਨ ਹੋਏ ਨੇ। ਆਨ ਅਪਾਇਨ ਧੂੜ ਧਰੀ ਇਸ ਪ੍ਰਕਾਰ ਸਤਿਗੁਰਾਂ ਦੇ ਚਰਨਾਂ ਪਾਸ ਜੋ ਕਿ ਢਾਵਾਂ ਲੈ ਕੇ ਆਈਆਂ ਸਨ ਸਾਰੀਆਂ ਨੇ ਰੱਖੀਆਂ ਨੇ। ਮੁਕਤਾ ਸਭ ਹੀਰ ਤੇ ਚੀਰ ਮੰਗਾਇਓ ਕੋਈ ਮੋਤੀ ਕੋਈ ਹੀਰੇ ਕੋਈ ਸੁੰਦਰ ਵਸਤਰ ਲੈ ਕੇ ਆਈ ਹੈ। ਤੁਮਰਾ ਬਖਸ਼ ਹੋ ਲੀਜੈ ਭੇਟ ਕੋ ਕਹਿਣ ਲੱਗੀਆਂ ਸਤਿਗੁਰੂ ਜੀ ਸਾਡੀਆਂ ਭੁੱਲਾਂ ਬਖਸ਼ੋ, ਸਾਡੀਆਂ ਭੇਟਾਵਾਂ ਪ੍ਰਵਾਨ ਕਰੋ ਜੀ। ਪੂਰਨ ਪੁਰਖ ਕਿਰਪਾਲ ਆਪਣੀ ਪੂਰਨ ਸਤਿਪੁਰਸ਼ ਕਿਰਪਾਲੂ ਦਿਆਲੂ ਹੋ। ਇਹ ਵਿਦ ਤਿਨ ਕੋ ਦੇਖ ਇਸ ਕੈ ਪ੍ਰਕਾਰ ਮਹਾਰਾਜ ਜੀਆਂ ਨੇ ਉਹਨਾਂ ਦੇ ਕਰਮ ਸੁਭਾਅ ਵੇਖ ਕੇ ਬੋਲੇ ਬਚਨ ਰਸਾਲ ਮਹਾਰਾਜ ਮੁਖ ਦੇ ਉੱਪਰੋਂ ਮਿੱਠੀ ਬੋਲੀ ਉਚਾਰਨ ਕੀਤੀ ਹੈ। ਸ੍ਰੀ ਮੁਖ ਵਾਕ ਗੱਲੀ ਅਸੀਂ ਗੰਗੀਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਉਚਾਰਨ ਕੀਤਾ ਹੈ ਕਿ ਗੱਲੀ ਅਸੀਂ ਚੰਗੀਆਂ, ਕਿ ਜਿਹੜਾ ਭਾਈ ਇਹ ਸੰਸਾਰ ਹੈ ਇਹ ਗੱਲਾਂ ਦੇ ਨਾਲ ਬਹੁਤਾ ਚੰਗਾ ਬਣਦਾ ਹੈ। ਆਚਾਰੀ ਬੁਰੀ ਆਪ ਪਰ ਜਿਹੜੇ ਇਹਨਾਂ ਦੇ ਅੰਦਰ ਦੇ ਕਰਮ ਹਨ, ਮਨ ਦੀ ਸੋਚਣੀ ਹੈ, ਅੱਖਾਂ ਦੀ ਵੇਖਣੀ ਹੈ, ਕੰਨਾਂ ਦੀ ਸੁਣਨੀ ਹੈ, ਉਹ ਬਹੁਤੀ ਹੀ ਭੈੜੀ ਹੈ। ਮਨੁੱਖ ਸੁੱਤਾ ਕਾਲੀਆ ਐਸੇ ਭੈੜੇ ਕਰਮ ਜੀਵਨ ਅੰਦਰ ਮਨੁੱਖ ਕਰਦਾ ਹੈ। ਆਪਣੇ ਸਰੀਰ ਦੇ ਨਾਲ ਕਰੈਕਟਰ ਦੇ ਨਾਲ ਨਾਲ ਆਪਣਾ ਮਨ ਵੀ ਕਾਲਾ, ਦਿਲ ਵੀ ਕਾਲਾ ਕਰ ਲੈਂਦਾ ਹੈ। ਬਾਹਰ ਚਿਤਨੀ ਆਪ ਤੇ ਬਾਹਰੀ ਹਾਰ ਸ਼ਿੰਗਾਰ ਸ਼ੁਭ ਗੁਣਾਂ ਦਾ ਧਾਰਨ ਕਰਦਾ ਹੈ ਤੇ ਆਮ ਇਨਸਾਨਾਂ ਨੂੰ ਚਿੱਟਾ ਦਿਸਦਾ ਹੈ। ਈਸਾ ਕਰਕੇ ਤਨਾੜੀਆ ਤੇ ਜੀਵਨ ਅੰਦਰ ਭੈੜੇ ਕਰਮ ਕਰ ਕਰਕੇ ਆਪਣਾ ਜੀਵਨ ਕਾਲਾ ਕੀਤਾ ਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਰੀਸਾਂ ਉਹਨਾਂ ਦੀਆਂ ਕਰਦਾ ਹੈ। ਜੋ ਸੇਵਕੇ ਦਰ ਖੜੀ ਆਪ ਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਆ ਕਰਕੇ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸਾਹਮਣੇ ਖੜ ਕੇ ਉਹਨਾਂ ਨੂੰ ਸੇਵਦੇ ਨੇ, ਉਹਨਾਂ ਨੂੰ ਸਿਮਰਦੇ ਨੇ। ਨਾਲ ਖਸਮੈ ਰਤੀਆ ਉਹਨਾਂ ਭਾਈ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੁੰਦੇ ਨੇ। ਮਾਨਿਕ ਸੁਖ ਲਿਆਪ ਇਸ ਲਈ ਜੀਵਨ ਅੰਦਰ ਬੇਫਿਕਰ ਹੋ ਕਰਕੇ, ਬੇਡਰ ਹੋ ਕਰਕੇ, ਨਿਰਭਉ ਨਿਰਵੈਰ ਹੋ ਕਰਕੇ ਜੀਵਨ ਅੰਦਰ ਖੁਸ਼ੀ ਮਨਾਉਂਦੇ ਨੇ। ਦੇ ਦਾਨ ਨਿਤਾਨੀਆ ਉਹਨਾਂ ਦੇ ਬਸ ਸਭ ਕੁਝ ਹੀ ਹੁੰਦਾ ਹੈ। ਉਹ ਬੋਲਣਾ ਵੀ ਜਾਣਦੇ ਨੇ, ਲੜਨਾ ਵੀ ਜਾਣਦੇ ਨੇ, ਸਾਰਾ ਉਹਨਾਂ ਦੇ ਵਿੱਚ ਜ਼ੋਰ ਹੁੰਦਾ ਹੈ, ਸਾਰੀ ਮੱਤ ਹੁੰਦੀ ਹੈ। ਇਹਨਾਂ ਤਾਣ ਹੁੰਦਿਆਂ ਹੋਇਆਂ ਵੀ ਉਹ ਨਿਤਾਣੇ ਬਣ ਕੇ ਰਹਿੰਦੇ ਨੇ। ਰਹਿੰਦੇ ਨਿਮਾਣੇ ਆਪ ਇਸ ਪ੍ਰਕਾਰ ਬਹੁਤਾ ਮਾਣ ਨਹੀਂ ਕਰਦੇ, ਭਾਵੇਂ ਉਹਨਾਂ ਕੋਲੇ ਬਹੁਤਾ ਮਾਣ ਪਰਮੇਸ਼ਰ ਦਾ ਬਖਸ਼ਿਆ ਹੁੰਦਾ ਹੈ ਤਾਂ ਵੀ ਨਿਮਾਣੇ ਰਹਿੰਦੇ ਨੇ। ਨਾਨਕ ਜਗਤ ਤੇ ਸਕਾਰਥ ਜਿਹੜੇ ਐਸਿਆਂ ਦੀ ਸੰਗਤ ਕਰਦੇ ਨੇ, ਉਹਨਾਂ ਦੀ ਸਤ ਸੰਗਤ ਮਾਣਦੇ ਨੇ, ਉਹ ਵੀ ਆਪਣਾ ਜੀਵਨ ਸਫਲ ਕਰਦੇ ਨੇ। ਜਿਨ ਕੈ ਸੰਗ ਮਿਲਾਪ ਜਿਨ੍ਹਾਂ ਦਾ ਮੇਲ ਮਿਲਾਪ ਐਸੇ ਸਤਿਪੁਰਸ਼ ਮਹਾਂਪੁਰਖਾਂ ਦੇ ਨਾਲ ਹੁੰਦਾ ਹੈ। ਦੋਬਰਾ ਆਪਾ ਖੋਬਨ ਕੇ ਸ਼ਬਦ ਔਰ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਹੰਕਾਰ ਦੂਰ ਕਰਨ ਦੇ ਹੋਰ ਵੀ ਸ਼ਬਦ ਕਹੇ ਗੁਰਤਾਹੇ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਉਹਨਾਂ ਦਾ ਹੀ ਉਚਾਰਨ ਕੀਤੇ ਨੇ। ਕਰ ਔਰ ਬੈਰਾਗ ਭਾ ਬਹੁਤੇ ਬੈਰਾਗਮਈ ਸਤਿਗੁਰਾਂ ਨੇ ਬਚਨ ਉਚਾਰਨ ਕੀਤੇ ਨੇ। ਵੀਰ ਭਈ ਬਚ ਪ੍ਰਾਹੇ ਤੇ ਅਸਲੀ ਸਾਰੀਆਂ ਹੀ ਸਤਿਗੁਰਾਂ ਦੇ ਚਰਨਾਂ ਦੇ ਅਧੀਨ ਹੋਈਆਂ ਨੇ। ਸਵਈਆ ਪਛਾਤ ਕਰੀ ਅਵਗਿਆ ਬਖਸ਼ੋ ਮਹਾਰਾਜ ਜੋ ਅਸੀਂ ਆਪ ਜੀਆਂ ਦੀ ਨਿਰਾਦਰੀ ਕੀਤੀ ਹੈ, ਆਪ ਜੀਆਂ ਦੇ ਸਿੱਖ ਦਾ ਨਿਰਾਦਰ ਕੀਤਾ ਹੈ, ਸਾਡਾ ਬਖਸ਼ ਲਵੋ। ਆਪ ਪਵਿੱਤਰੋ ਤੁਮ ਜੀ ਪ੍ਰਸਵਾਰਥ ਮਹਾਰਾਜ ਹੁਣ ਆਪ ਜੀਆਂ ਦੇ ਉਪਦੇਸ਼ ਅਨੁਸਾਰ ਹੀ ਜੀਵਨ ਬਤੀਤ ਕਰਾਂਗੀਆਂ। ਜਬ ਲੋ ਮੈਂ ਭੇਵ ਲਖਿਓ ਤਬ ਲੋ ਦੁਖ ਮਹਾਰਾਜ ਜਦੋਂ ਤੱਕ ਆਪ ਜੀਆਂ ਨੂੰ ਜਾਣਿਆ ਨਹੀਂ ਉਦੋਂ ਤੱਕ ਅਸੀਂ ਦੁੱਖ ਪਾਇਆ ਹੈ। ਭੇਵ ਲਖਿਓ ਕਰੇ ਕਿਰਤਾਰਥ ਮਹਾਰਾਜ ਹੁਣ ਆਪ ਜੀਆਂ ਨੂੰ ਜਾਣ ਚੁੱਕੇ ਹਾਂ, ਆਪ ਜੀ ਪੂਰਨ ਸਤਿ
ਸਤਿਗੁਰੂ ਹੋ ਸਾਨੂੰ ਉਪਦੇਸ਼ ਦੇਵੋ ਜੀ। ਪਦ ਪੈ ਬਲਹਾਰ ਮੁਖ ਮੂਹ ਤਬ ਮੂਰਤ ਇਸ ਪ੍ਰਕਾਰ ਸਤਿਗੁਰਾਂ ਦੇ ਚਰਨ ਫੜੇ ਨੇ, ਸਤਿਗੁਰਾਂ ਦੇ ਜੀਵਨ ਚਰਨਾਂ ਉਪਦੇਸ਼ ਉੱਪਰੋਂ ਵਾਰਨੇ ਬਲਹਾਰਨੇ ਜਾਂਦੀਆਂ ਨੇ। ਦ੍ਰਿਸ਼ਟ ਅਗਾਤ ਪਦਾਰਥ ਮਹਾਰਾਜ ਆਪ ਜੀਆਂ ਦੀ ਕਿਰਪਾ ਦ੍ਰਿਸ਼ਟੀ ਦੇ ਅੰਦਰ ਧਰਮ ਅਰਥ ਕਾਮ ਮੋਖ ਵਰਗੇ ਪਦਾਰਥ ਪ੍ਰਾਪਤ ਹੁੰਦੇ ਨੇ। ਕਰੁਣਾ ਕਰ ਲਿਓ ਉਪਾਇਨ ਕੋ ਸਿੱਖ ਲਿਓ। ਮਹਾਰਾਜ ਕਿਰਪਾ ਕਰਕੇ ਸਾਨੂੰ ਇਸ ਨਰਕ ਵਿੱਚੋਂ ਕੱਢ ਕਰਕੇ ਸਿੱਖਿਆ ਦੇਵੋ ਜੀ। ਕਈ ਬੈ ਬਾਛ ਅਕਾਰਥ ਮਹਾਰਾਜ ਸਾਡਾ ਪਹਿਲਾ ਜਿਹੜਾ ਜੀਵਨ ਉਹ ਵਿਅਰਥ ਅਕਾਰਥ ਹੀ ਬਤੀਤ ਹੋਇਆ ਹੈ। ਕਬੈਤ ਐਸੇ ਜਬ ਭਰੀ ਦੀਨ ਪਾਵਲ ਬਦਨ ਦੀਨ। ਇਸ ਪ੍ਰਕਾਰ ਜਦੋਂ ਉਹਨਾਂ ਨੇ ਨਿਮਰਤਾ ਦੇ ਵਚਨ ਕੀਤੇ ਨੇ, ਸਤਿਗੁਰਾਂ ਨੇ ਆਪਣੇ ਚਰਨ ਪਾਵਲ ਗੁਰੂ ਮੰਤਰ ਮੂਲ ਮੰਤਰ ਬਖਸ਼ਿਆ ਹੈ। ਗੁਰੂ ਸਿੱਖੀ ਰੀਤ ਕੀਨ ਮੁਕਤ ਨਿਧਾਨ ਕੀ। ਐਸੀ ਸਿੱਖੀ ਉਹਨਾਂ ਨੂੰ ਦ੍ਰਿੜ ਕਰਾਈ ਹੈ ਜਿਸ ਸਿੱਖੀ ਨੂੰ ਪ੍ਰਾਪਤ ਕਰਕੇ ਸਾਰੀਆਂ ਮੁਕਤ ਹੋਈਆਂ ਨੇ। ਬੰਦੀ ਧਰਮਸਾਲ ਉਪਦੇਸ਼ ਦੇ ਕਿਰਪਾਲ ਗੁਰ। ਜਿਨ੍ਹਾਂ ਘਰਾਂ ਦੇ ਅੰਦਰ ਜੰਤਰ ਮੰਤਰ ਤੰਤਰ ਟੂਣੇ ਆਦਿਕ ਕਰਦੀਆਂ ਸਨ, ਵਿਕਾਰ ਭੋਗਦੀਆਂ ਸਨ, ਸਤਿਗੁਰਾਂ ਨੇ ਐਸਿਆਂ ਘਰਾਂ ਨੂੰ ਧਰਮਸ਼ਾਲਾ ਇੱਕ ਧਾਰਮਿਕ ਸਥਾਨ ਵਿੱਚ ਤਬਦੀਲ ਕੀਤਾ ਹੈ। ਕੀਰਤ ਵਿਸਾਲ ਹਰ ਕੀਨੀ ਗੀਤ ਗਾਨ ਕੀ। ਤੇ ਕਹਿਣਾ ਕੀਤਾ ਹੈ ਕਿ ਇਹਨਾਂ ਘਰਾਂ ਦੇ ਅੰਦਰ ਬੈਠ ਕਰਕੇ ਹੁਣ ਪਰਮੇਸ਼ਰ ਦੇ ਗੀਤ ਗਾਵੋ, ਸਤ ਸੰਗਤ ਕਰੋ ਜੀ। ਸਿੱਖ ਸੰਗ ਆਏ ਕਾਪੇ ਮੰਤ ਨਾ ਚਲਾਏ ਨਿਜ। ਜਦੋਂ ਵੀ ਕੋਈ ਸਾਡਾ ਸਿੱਖ ਆਵੇ ਜਾਂ ਕੋਈ ਸੰਤ ਸੁਭਾਅ ਵਾਲਾ ਨਾਮ ਜਪਣ ਵਾਲਾ ਸਤਿਪੁਰਸ਼ ਆਵੇ, ਉਹਦੀ ਸੇਵਾ ਕਰਕੇ ਖੁਸ਼ੀ ਮਾਣਿਓ, ਖੁਸ਼ੀ ਪ੍ਰਾਪਤ ਕਰਿਓ। ਉਹਦੇ ਉੱਪਰ ਜੰਤਰ ਮੰਤਰ ਤੰਤਰ ਨਾ ਚਲਾਇਓ ਜੀ। ਟਹਿਲ ਬਣਾਏ ਕੀਤੇ ਸ਼ੋਰ ਰੀਤ ਮਾਨ ਕੀ। ਜਿੰਨੀ ਆਪ ਜੀਆਂ ਦੀ ਸਮਰੱਥਾ ਹੋਵੇ ਓਨੀ ਉਹਦੀ ਸੇਵਾ ਕਰਿਓ, ਮਾਣ ਹੰਕਾਰ ਨਾ ਕਰਿਓ। ਵਾਹਿਗੁਰੂ ਜਪੋ ਮੁਖ ਜਾਹੇ ਭਵ ਜਨਿਆ ਦੁਖ। ਇਸ ਪ੍ਰਕਾਰ ਵਾਹਿਗੁਰੂ ਵਾਹਿਗੁਰੂ ਹਰ ਵਕਤ ਆਪਣੇ ਜੀਵਨ ਅੰਦਰ ਜਪਿਓ। ਜੋ ਰਹਿੰਦਾ ਜੀਵਨ ਹੈ, ਰਹਿੰਦੇ ਸਵਾਸ ਹਨ, ਉਹਨਾਂ ਨੂੰ ਸਫਲਾ ਕਰਿਓ। ਦੇਖ ਸੁਖ ਰੀਤ ਜਿਉ ਸੰਤੋਖ ਸਿੰਘ ਭਾਨ ਕੀ। ਕਵੀ ਜੀ ਕਹਿੰਦੇ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਜਿਵੇਂ ਸੂਰਜ ਸਾਰਿਆਂ ਨੂੰ ਰੋਸ਼ਨੀ ਵੰਡਦਾ ਹੈ, ਰੋਸ਼ਨੀ ਦਿੰਦਾ ਹੈ, ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕਰਦਾ। ਇਹਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਵੱਡਿਆਂ ਤੋਂ ਵੱਡੇ ਗੁਨਾਹਾਂ ਨੂੰ ਬਖਸ਼ ਕਰਕੇ ਉਹਨਾਂ ਨੂੰ ਸਿੱਖੀ ਦਰੜਾਉਂਦੇ ਨੇ, ਆਨੰਦ ਬਖਸ਼ਦੇ ਹਨ। ਦੁਪਰਾ ਕੇਤਕ ਬਾਸੁਰ ਰਹਿਤ ਇਸ ਹਾਂ। ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੁਝ ਸਮਾਂ ਉਸ ਨਗਰ ਵਿੱਚ ਰਹੇ ਨੇ। ਧਰਮ ਤੜਾਇਓ ਦੇਸ। ਸਾਰੇ ਹੀ ਉਸ ਇਲਾਕੇ ਦੇਸ਼ ਨੂੰ ਮਹਾਰਾਜ ਜੀਆਂ ਨੇ ਧਰਮ ਦ੍ਰਿੜ ਕਰਵਾਇਆ ਹੈ। ਪਰਮ ਪ੍ਰੇਮ ਕਰ ਸਿੱਖ ਭਾਈ। ਤੇ ਸਾਰੇ ਹੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕਰਕੇ ਇਸ ਵਕਤ ਸਿੱਖ ਬਣ ਗਏ ਨੇ। ਭਜਤ ਨਾਮ ਜਗਤੇਸ਼। ਐਸੇ ਗੁਰੂ ਨਾਨਕ ਦੇਵ ਜੀ ਜੋ ਜਗਤ ਦੇ ਈਸ਼ਵਰ ਪਰਮੇਸ਼ਰ ਹਨ, ਉਹਨਾਂ ਦਾ ਨਾਮ ਜਪ ਜਪ ਕੇ ਆਪਣੇ ਰਹਿੰਦੇ ਸਵਾਸ ਉਹਨਾਂ ਔਰਤਾਂ ਨੇ ਸਫਲ ਕੀਤੇ ਨੇ। ਸਤ ਸੰਗਤ ਦੀਆਂ ਘੜੀਆਂ ਮੰਨਣ ਲੱਗੀਆਂ ਨੇ, ਪਰਮੇਸ਼ਰ ਦਾ ਨਾਮ ਜਪਣ ਲੱਗੀਆਂ ਨੇ। ਟੂਣੇ ਟਾਮਣ ਜੋ ਪੁੱਛਾਂ ਦੇਣੀਆਂ, ਪੁੱਛਾਂ ਲੈਣੀਆਂ, ਪਖੰਡੀਆਂ ਦੇ ਗੋਡੇ ਘੁੱਟਣੇ, ਥਾਂ ਥਾਂ ਤੇ ਜਾ ਕੇ ਜਲ ਧਾਗੇ ਕਰਵਾਉਣੇ, ਇਹ ਸਾਰਾ ਕੁਝ ਹੀ ਭੁੱਲ ਚੁੱਕੀਆਂ ਨੇ। ਇੱਕੋ ਗੁਰੂ ਨਾਨਕ ਦੇ ਦਰ ਅੰਦਰ ਆ ਕੇ ਸੰਗਤ ਕਰਦੀਆਂ ਨੇ, ਨਾਮ ਜਪਦੀਆਂ ਨੇ ਤੇ ਆਪਣਾ ਜੀਵਨ ਕਵੀ ਜੀ ਕਹਿੰਦੇ ਉਹਨਾਂ ਨੇ ਸਫਲਾ ਕਰ ਲਿਆ ਹੈ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ ਸੰਗਤ ਜੀ। ਆਉਣ ਵਾਲਾ ਗੁਰ ਇਤਿਹਾਸ ਕੱਲ੍ਹ ਦੀਆਂ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਗਾਗਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਇਆ। ਸ਼ਬਦੋ ਕਾ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਕਾਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੁਮ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ
ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਹਮ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਵੇ ਸਾਜੇ ਸਾਹਿਬਾ ਗਿਆਨਾ ਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਨੋ ਜਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਦ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਰੂਪ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਤੇ ਪਵਿੱਤਾ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਧਿਆਇਆ ਗਏ ਬਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਧਿਆਇਆ ਗਏ ਬਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ